ਵੈਲਕਮ ਮਾਈ ਡੀਅਰ ਸਟੂਡੈਂਟਸ। ਆਪਾਂ ਸ਼ੁਰੂ ਕਰ ਰਹੇ ਹਾਂ ਬੇਟਾ ਅੱਜ ਤੁਹਾਡਾ ਮਾਡਲ ਟੈਸਟ ਪੇਪਰ ਜਿਹੜਾ ਕਿ ਡਿਪਾਰਟਮੈਂਟ ਵੱਲੋਂ ਆਇਆ ਹੋਇਆ ਟਰਮ 2 ਦੀ ਤਿਆਰੀ ਲਈ। ਠੀਕ ਹੈ ਜੀ। ਤਾਂ ਪਹਿਲਾਂ ਸਾਰੀਆਂ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਨੇ, ਧਿਆਨ ਨਾਲ ਦੇਖੋ। ਸਮਾਂ 2 ਘੰਟੇ ਤੇ ਕੁੱਲ ਨੰਬਰ ਹੈਗੇ ਆ 40 ਤੇ ਤੁਹਾਡੀਆਂ ਸਾਰੀਆਂ ਇੰਸਟਰਕਸ਼ਨਸ ਤੇ ਇਹਨਾਂ ਦੀ ਵੀਡੀਓ ਮੈਂ ਪਹਿਲਾਂ ਹੀ ਅਲੱਗ ਤੋਂ ਬਣਾ ਚੁੱਕੀ ਹਾਂ। ਠੀਕ ਹੈ ਜੀ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਪੇਪਰ। ਫਸਟ ਜਿਹੜਾ ਹੈ ਕੁਐਸਚਨ ਭਾਗ ਊੜਾ, ਇਹਦੇ ਵਿੱਚ ਹੈਗੇ ਆ ਕੁਐਸਚਨ 2-2 ਨੰਬਰ ਦੇ। ਠੀਕ ਹੈ ਜੀ। ਤਾਂ ਫਸਟ ਕੁਐਸਚਨ ਆਪਾਂ ਪੜ੍ਹਦੇ ਹਾਂ। ਹਰੇ ਦੋ ਘਾਤੀ ਸਮੀਕਰਨ ਹੈ ਆਪਣੇ ਕੋਲੇ 2x² + kx + 3 = 0। ਤਾਂ ਇਹਦੇ ਵਿੱਚ k ਦਾ ਅਜਿਹਾ ਮੁੱਲ ਪਤਾ ਕਰੋ ਕਿ ਉਸਦੇ ਦੋ ਬਰਾਬਰ ਮੂਲ ਹੋਣ। ਤਾਂ ਆਪਾਂ ਨੇ ਬੇਟਾ ਇਹਦੇ ਵਿੱਚ ਪਤਾ ਕਰਨੇ ਆ k ਦਾ ਮੁੱਲ। ਦਿੱਤਾ ਕੀ ਹੋਇਆ ਕਿ ਇਸ ਦੇ ਬਰਾਬਰ ਮੂਲ ਨੇ। ਜਦੋਂ ਗੱਲ ਮੂਲਾਂ ਦੀ ਹੋ ਰਹੀ ਹੈ, ਰੂਟਸ ਦੀ ਹੋ ਰਹੀ ਹੈ, ਤੇ ਆਪਾਂ ਨੂੰ ਇਹ ਵੀ ਦੱਸਦਾ ਕਿ ਉਹ ਇਕੁਅਲ ਨੇ। ਤਾਂ ਆਪਾਂ ਪਹਿਲਾਂ ਫਾਈਂਡ ਕਰਨਾ ਹੈ ਬੇਟਾ ਜੀ ਡਿਸਕ੍ਰਿਮੀਨੈਂਟ। A 2 ਹੈ ਇੱਥੇ, B k ਹੈ ਤੇ C 3 ਹੈ। ਕਿਉਂਕਿ ਜਿਹੜੀ ਆਪਣੀ ਜਰਨਲ ਇਕੁਏਸ਼ਨ ਹੈ ਉਹ ਹੁੰਦੀ ਹੈ ax² + bx + c = 0। ਤਾਂ ਸਭ ਤੋਂ ਪਹਿਲਾਂ ਆਪਾਂ ਫਾਈਂਡ ਕਰਨਾ ਹੈ ਡਿਸਕ੍ਰਿਮੀਨੈਂਟ, ਜਿਹਦਾ ਫਾਰਮੂਲਾ ਹੁੰਦਾ ਹੈ b² - 4ac। ਤਾਂ b ਦੀ ਵੈਲਿਊ ਹੈ k, a ਦੀ ਵੈਲਿਊ ਹੈ 2, c ਦੀ ਵੈਲਿਊ ਹੈ 3। ਤਾਂ ਇਹਦਾ ਆਨਸਰ ਆ ਜਾਏਗਾ 4 ਦੂਣੀ 8, 8 ਤੀਆਂ 24। ਹੁਣ ਰਕਮ ਨੇ ਆਪਾਂ ਨੂੰ ਕੀ ਦੱਸਿਆ ਹੋਇਆ ਸੀ ਕਿ ਜਿਹੜੇ ਮੂਲ ਨੇ ਉਹ ਬਰਾਬਰ ਨੇ। ਆਪਾਂ ਲਿਖਾਂਗੇ ਗਿਵਨ ਦੈਟ ਰੂਟਸ ਆਰ ਇਕੁਅਲ। ਪੰਜਾਬੀ 'ਚ ਲਿਖਾਂਗੇ ਕਿ ਦਿੱਤਾ ਹੈ ਮੂਲ ਬਰਾਬਰ ਹਨ। ਜਾਂ ਕਈ ਵਾਰ ਆਪਾਂ ਇਹ ਵੀ ਲਿਖ ਲੈਂਦੇ ਹਾਂ ਬੇਟਾ ਕਿ ਮੂਲ ਬਰਾਬਰ ਹੋਣਗੇ। ਮਤਲਬ ਇਹ ਦਿੱਤਾ ਹੋਇਆ ਸ਼ਬਦ ਨਹੀਂ ਲਿਖਦੇ ਹੁੰਦੇ। ਰੂਟਸ ਆਰ ਇਕੁਅਲ, ਫਿਰ ਇਫ ਪਾ ਦਿੰਦੇ ਹੁੰਦੇ ਆ ਵੀ ਜੇਕਰ ਡੀ ਕਿਹਦੇ ਬਰਾਬਰ ਹੋਊਗਾ 0 ਦੇ। ਦੋਨੋਂ ਢੰਗ ਠੀਕ ਹੈ ਬੇਟਾ, ਜਿਸ ਤਰ੍ਹਾਂ ਮਰਜ਼ੀ ਤੁਸੀਂ ਲਿਖ ਸਕਦੇ ਹੋ। ਠੀਕ ਹੈ। ਤਾਂ ਇਫ ਡੀ ਇਜ਼ ਇਕੁਅਲ ਟੂ 0। ਤਾਂ ਇਫ ਡੀ ਦੀ ਵੈਲਿਊ ਕਿੰਨੀ ਹੈ? ਇਫ ਦੀ ਥਾਂ ਤੇ ਤੁਸੀਂ ਜੇ ਲਿਖ ਸਕਦੇ ਹੋ। ਠੀਕ ਹੈ, ਪੰਜਾਬੀ ਦੇ ਵਿੱਚ। ਤਾਂ ਜਿਹੜੀ ਆਪਾਂ ਨੇ ਆਨਸਰ ਕੱਢਿਆ ਡਿਸਕ੍ਰਿਮੀਨੈਂਟ ਦਾ, ਉਹਨੂੰ ਬਰਾਬਰ ਹੈ 0 ਲਿਖ ਲਿਆ। ਤਾਂ k² ਬਰਾਬਰ ਹੈ 24। ਹੁਣ ਕੀ 24 ਕਿਸੇ ਦਾ ਸਕੇਅਰ ਬਣਦਾ? ਨੋ। ਤਾਂ ±√24 ਚਲਾ ਜਾਊਗਾ। ਜਦੋਂ ਆਪਾਂ ਸਕੇਅਰ ਹਟਾਵਾਂਗੇ ਲੈਫਟ ਸਾਈਡ ਤੋਂ, ਤਾਂ ਰਾਈਟ ਸਾਈਡ ਤੇ ਜਾ ਕੇ ਉਹ 1/2 ਪਾਵਰ ਯਾਨੀ ਕਿ ਵਰਗਮੂਲ ਹੋ ਜਾਏਗਾ। ਤਾਂ ਹੁਣ 24 ਦਾ ਵਰਗਮੂਲ ਤਾਂ ਨਿਕਲਦਾ ਨਹੀਂ। ਆਪਾਂ ਇਹਦੇ ਪ੍ਰਾਈਮ ਫੈਕਟਰਸ ਬਣਾਵਾਂਗੇ। ਜਿੰਨਾ ਸੋਲਵ ਹੋ ਸਕਿਆ ਆਪਾਂ ਉੱਥੇ ਤੱਕ ਸੋਲਵ ਕਰਾਂਗੇ। ਦੇਖੋ 2 ਦਾ ਜਿਹੜਾ ਪੇਅਰ ਬਣ ਰਿਹਾ ਹੈ, ਤਾਂ ਉਹ ਜਿਹੜਾ 2 ਹੈ ਉਹ ਬਾਹਰ ਆ ਜਾਏਗਾ ਤੇ ਜਿਹੜਾ 6 ਹੈ ਉਹ ਅੰਦਰ ਰਹਿ ਜਾਏਗਾ। ਤਾਂ k ਦੀ ਵੈਲਿਊ ਕੀ ਹੋ ਸਕਦੀ ਹੈ ਬੇਟਾ? ±2√6। ਠੀਕ ਹੈ। ਫਸਟ ਕੁਐਸਚਨ ਸਮਝ ਆ ਗਿਆ। ਇਹਦੇ ਵਿੱਚ ਕੀ ਸੀ ਕਿ ਆਪਾਂ ਨੂੰ ਪਹਿਲਾਂ ਇੱਕ ਦੋ ਘਾਤੀ ਸਮੀਕਰਨ ਦਿੱਤੀ ਹੋਈ ਸੀ ਤੇ ਉਹਦੇ 'ਚ ਉਹਨੇ ਦੱਸਿਆ ਕਿ ਇਹਦੇ ਜਿਹੜੇ ਰੂਟਸ ਨੇ ਉਹ ਬਰਾਬਰ ਹੋਣੇ ਚਾਹੀਦੇ ਨੇ। ਆਪਾਂ ਨੇ ਡੀ ਫਾਈਂਡ ਕੀਤਾ। ਡੀ ਫਾਈਂਡ ਕਰਨ ਤੋਂ ਬਾਅਦ ਲਿਖਿਆ ਕਿ ਰੂਟਸ ਕਦੋਂ ਇਕੁਅਲ ਹੁੰਦੇ ਨੇ? ਜਦੋਂ ਡੀ ਬਰਾਬਰ ਹੈ 0 ਹੁੰਦਾ। ਤਾਂ ਡੀ ਬਰਾਬਰ ਹੈ 0 ਕਰਕੇ ਆਪਾਂ ਨੇ k ਦੀ ਵੈਲਿਊ ਫਾਈਂਡ ਕਰ ਲਈ। ਠੀਕ ਹੈ ਬੇਟਾ, ਫਸਟ ਕੁਐਸਚਨ ਸਮਝ ਆ ਗਿਆ। ਹੁਣ ਆਪਾਂ ਇਸ ਦਾ ਸੈਕਿੰਡ ਕੁਐਸਚਨ ਕਰਦੇ ਹਾਂ। ਹਾਂਜੀ ਬੇਟਾ, ਸੈਕਿੰਡ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਕਿ ਇੱਕ AP ਹੈ, ਉਸਦਾ 10ਵਾਂ ਪਦ ਪਤਾ ਕਰੋ। ਠੀਕ ਹੈ। ਤਾਂ AP ਆਪਾਂ ਇੱਧਰਲੀ ਸਾਈਡ ਲਿਖ ਲੈਂਦੇ ਹਾਂ 2, 7, 12 ਐਂਡ ਸੋ ਔਨ। 2, 7, 12 ਐਂਡ ਸੋ ਔਨ। ਠੀਕ ਹੈ। ਦੂਸਰਾ ਸਮ ਹੈ ਇਹ। ਪਤਾ ਕੀ ਕਰਨਾ? ਇਸ ਦਾ 10ਵਾਂ ਪਦ ਪਤਾ ਕਰੋ, ਮਤਲਬ 10th ਟਰਮ। ਹੁਣ ਬੇਟਾ ਇਹ AP ਦਾ ਸਮ ਹੈ, 5th ਚੈਪਟਰ ਦਾ ਸਮ ਹੈ। ਤਾਂ ਉਹਦੇ ਲਈ ਆਪਾਂ ਨੇ ਕੀ ਫਾਈਂਡ ਕਰਨਾ ਹੁੰਦਾ ਹੈ? ਸਭ ਤੋਂ ਪਹਿਲਾਂ A ਯਾਨੀ ਕਿ ਫਸਟ ਟਰਮ, ਫਿਰ D ਕਾਮਨ ਡਿਫਰੈਂਸ। ਕਾਮਨ ਡਿਫਰੈਂਸ ਦਾ ਫਾਰਮੂਲਾ ਹੁੰਦਾ ਹੈ A2 - A1। A2 ਹੈ 7, A1 ਹੈ 2। 7 ਚੋਂ 2 ਘਟਾਵਾਂਗੇ, ਕਿੰਨਾ ਬਣ ਗਿਆ ਜੀ? 5। ਤੇ ਜਿਹੜਾ n ਹੈ ਉਹ ਕਿੰਨਾ ਹੈ? 10, ਕਿਉਂਕਿ ਆਪਾਂ 10ਵਾਂ ਪਦ ਪਤਾ ਕਰਨਾ ਹੈ। ਠੀਕ ਹੈ ਜੀ। ਹੁਣ ਕੋਈ ਵੀ ਜਿਹੜਾ ਪਦ ਹੈ, ਟਰਮ ਹੈ, ਪਤਾ ਕਰਨ ਦਾ ਫਾਰਮੂਲਾ ਕੀ ਹੈ? an ਬਰਾਬਰ a + n - 1d। ਤਾਂ n ਦੀ ਥਾਂ ਤੇ ਆਪਾਂ ਕਿੰਨਾ ਭਰਾਂਗੇ? 10। ਇਹ 10th ਟਰਮ ਹੋ ਗਈ। ਰਾਈਟ ਸਾਈਡ ਤੇ ਸਾਰੀਆਂ ਵੈਲਿਊਜ਼ ਭਰੋ। a ਦੀ ਥਾਂ ਤੇ 2, n ਦੀ ਥਾਂ ਤੇ 10 ਤੇ d ਦੀ ਥਾਂ ਤੇ 5। ਇਹ ਧਿਆਨ ਰੱਖਿਓ, ਕਈ ਵਾਰ ਕੋਈ ਨੈਗੇਟਿਵ ਵੈਲਿਊ ਹੁੰਦੀ ਹੈ ਤਾਂ ਉਹਨੂੰ ਬ੍ਰੈਕਟ 'ਚ ਰੱਖ ਲਿਆ ਕਰੋ। 10 ਚੋਂ 1 ਘਟਾਇਆ ਜੀ 9। 9 ਨੂੰ ਆਪਾਂ 5 ਨਾਲ ਗੁਣਾ ਕਰਾਂਗੇ। 9 × 5 = 45।
45 ਦੇ ਵਿੱਚ 2 ਜੋੜੋਗੇ ਕਿੰਨਾ ਹੋ ਗਿਆ ਜੀ 47। ਤਾਂ 10th ਟਰਮ ਆਪਾਂ ਫਾਈਂਡ ਕਰ ਲਈ 47। ਤਾਂ ਦੇਖੋ ਬੇਟਾ ਕੀ ਸੀਗਾ ਸਮ, 10th ਟਰਮ ਪਤਾ ਕਰਨੀ ਸੀ, A ਫਾਈਂਡ ਕਰ ਲਿਆ, D ਫਾਈਂਡ ਕਰ ਲਿਆ, N ਗਿਵਨ ਸੀ, ਫਾਰਮੂਲੇ ਦੇ ਵਿੱਚ ਸਿਰਫ ਪੁੱਟ ਕਰਨਾ। ਠੀਕ ਹੈ ਜੀ, ਸਮਝ ਆ ਗਿਆ। ਨੈਕਸਟ ਸਮ ਕਰਦੇ ਹਾਂ। ਹਾਂਜੀ, ਥਰਡ ਸਮ ਦੇ ਵਿੱਚ ਦੇਖੋ ਇਹਨੇ ਕਿਹਾ ਦਿੱਤੇ ਹੋਏ ਚਿੱਤਰ ਵਿੱਚ x ਦਾ ਮੁੱਲ ਪਤਾ ਕਰੋ ਜੇਕਰ DE ਪੈਰਲਲ ਹੈ AB। ਤਾਂ DE ਜਿਹੜੀ ਹੈ AB ਦੇ ਪੈਰਲਲ ਪਹਿਲਾਂ ਹੀ ਆਪਾਂ ਨੂੰ ਦਿੱਤੀ ਹੋਈ ਹੈ, ਇਹ ਆਪਣੇ ਕੋਲ ਹੈ ਫਿਗਰ। ਤਾਂ ਬੇਟਾ ਜਦੋਂ DE ਸਮਾਨਾਂਤਰ ਦਿੱਤੀ ਹੋਈ ਹੈ BC ਦੇ, ਤਾਂ ਆਪਾਂ ਕਿਹੜੀ ਥਿਓਰਮ ਇਹਦੇ ਵਿੱਚ ਲਗਾ ਸਕਦੇ ਹਾਂ, ਥੇਲਜ਼ ਥਿਓਰਮ। ਤਾਂ ਆਪਾਂ ਇੱਥੇ ਲਿਖਾਂਗੇ ਥੇਲਜ਼ ਥਿਓਰਮ ਦੀ ਵਰਤੋਂ ਕਰਕੇ। ਇਹ ਗਿਵਨ ਚ ਹੈ, ਤੇ ਇੱਥੇ ਇੰਗਲਿਸ਼ ਕੀ ਲਿਖਾਂਗੇ, ਬਾਏ ਯੂਜ਼ਿੰਗ ਥੇਲਜ਼ ਥਿਓਰਮ। ਠੀਕ ਹੈ ਜੀ। ਤਾਂ ਥੇਲਜ਼ ਥਿਓਰਮ ਕੀ ਕਹਿੰਦੀ ਹੈ ਵੀ ਜੇ ਲਾਈਨਸ ਪੈਰਲਲ ਨੇ ਤਾਂ ਜਿਹੜੀ ਲਾਈਨ ਪੈਰਲਲ ਹੈ ਉਹ ਦੂਸਰੀਆਂ ਦੋ ਲਾਈਨਾਂ ਨੂੰ ਕਿਸੇ ਖਾਸ ਪੁਆਇੰਟਸ ਤੇ ਕੱਟਦੀ ਹੈ, ਤੇ ਉਹ ਜਿਹੜੀਆਂ ਭੁਜਾਵਾਂ ਨੇ ਉਹ ਸਮਾਨ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਨੇ। ਮਤਲਬ AD ਬਟੇ DB ਬਰਾਬਰ ਹੋ ਜਾਊਗਾ AE ਬਟੇ EC। ਇਹਨਾਂ ਦੀਆਂ ਵੈਲਿਊਜ਼ ਭਰ ਲਓ। AD ਹੈਗੀ ਹੈ 1.5 ਤੇ DB ਹੈਗੀ ਹੈ 3, AE ਹੈਗੀ ਹੈ 1 ਤੇ EC ਆਪਾਂ ਨੂੰ ਨਹੀਂ ਪਤਾ, ਤਾਂ ਇਹਨੇ ਇੱਥੇ x ਸ਼ਬਦ ਯੂਜ਼ ਕੀਤਾ ਹੈ, ਤੁਸੀਂ ਇੱਥੇ x ਭਰ ਸਕਦੇ ਹੋ। ਤਾਂ ਇੱਥੇ x ਭਰ ਲੈਂਦੇ ਹਾਂ। ਠੀਕ ਹੈ, ਕ੍ਰਾਸ ਮਲਟੀਪਲਾਈ ਕਰ ਲਓ। 1.5 ਮਲਟੀਪਲਾਈ x, ਦੇਖੋ ਇਧਰੋਂ ਮਲਟੀਪਲਾਈ ਹੋ ਗਿਆ, ਬਰਾਬਰ ਕਿੰਨਾ ਆਊਗਾ 3 ਗੁਣਾ 1, ਉਹ 3 ਹੀ ਬਣ ਜਾਊਗਾ। ਤਾਂ ਪੁਆਇੰਟ ਹਟਾ ਲਓ ਪਹਿਲਾਂ, 15 ਬਟੇ 10, 3 ਏਕਮ 3। ਤਾਂ x ਕਿੰਨਾ ਆ ਗਿਆ 3 ਗੁਣਾ 10 ਬਟੇ 15। ਘਟਾ ਲਓ, 3 5 15, 5 ਦੇ ਨਾਲ 10 ਕੱਟ ਗਿਆ, ਕਿੰਨਾ ਆ ਜਾਊਗਾ 2। ਤਾਂ x ਦੀ ਵੈਲਿਊ ਕਿੰਨੀ ਆ ਗਈ 2 ਸੈਂਟੀਮੀਟਰ। x ਹੈ ਕੀ ਸੀ EC, ਤਾਂ EC ਦੀ ਵੈਲਿਊ ਕਿੰਨੀ ਆ ਗਈ 2 ਸੈਂਟੀਮੀਟਰ। ਤਾਂ ਆਪਾਂ ਇਸ ਸਮ ਦੇ ਵਿੱਚ ਕਿਹੜੀ ਥਿਓਰਮ ਦੀ ਵਰਤੋਂ ਕੀਤੀ ਹੈ, ਥੇਲਜ਼ ਥਿਓਰਮ ਦੀ। ਠੀਕ ਹੈ ਬੇਟਾ, ਸਮਝ ਆ ਗਿਆ। ਨੈਕਸਟ ਸਮ। ਹਾਂਜੀ ਬੇਟਾ ਦੇਖੋ ਇਹ ਹੈਗਾ ਆਪਣੇ ਕੋਲੇ ਫੋਰਥ ਸਮ। ਫੋਰਥ ਸਮ ਦੀ ਰਕਮ ਪੜੋ। ਮਾਡਲ ਬਣਾਉਣ ਲਈ ਮਿੱਟੀ ਨਾਲ ਉਚਾਈ 24 ਸੈਂਟੀਮੀਟਰ ਤੇ ਅਰਧ ਵਿਆਸ 6 ਸੈਂਟੀਮੀਟਰ ਆਧਾਰ ਵਾਲਾ ਇੱਕ ਸ਼ੰਕੂ ਬਣਾਇਆ ਗਿਆ। ਤਾਂ ਇੱਕ ਆਪਣੇ ਕੋਲ ਕੀ ਹੈ ਬੇਟਾ, ਸ਼ੰਕੂ ਹੈ, ਤੇ ਉਚਾਈ ਇਹਦੀ ਕਿੰਨੀ ਦਿੱਤੀ ਹੋਈ ਹੈ 24 ਸੈਂਟੀਮੀਟਰ ਤੇ ਅਰਧ ਵਿਆਸ ਕਿੰਨਾ ਦਿੱਤਾ ਹੋਇਆ 6 ਸੈਂਟੀਮੀਟਰ। ਤੇ ਇਹ ਸ਼ੰਕੂ ਬਣਾਇਆ ਗਿਆ। ਇਸ ਇੱਕ ਬੱਚੇ ਨੇ ਇਸ ਨੂੰ ਗੋਲੇ ਦੇ ਆਕਾਰ ਵਿੱਚ ਬਦਲ ਦਿੱਤਾ, ਮਤਲਬ ਇਹਨੂੰ ਭੰਨਤਾ, ਤੋੜਤਾ ਤੇ ਤੋੜ ਕੇ ਇੱਕ ਕੀ ਬਣਾ ਲਿਆ, ਗੋਲਾ। ਤੇ ਇਸ ਗੋਲੇ ਦਾ ਆਪਾਂ ਪਤਾ ਕਰਨਾ ਹੈ ਅਰਧ ਵਿਆਸ। ਤਾਂ ਬੇਟਾ ਆਪਣੇ ਕੋਲੇ ਦੋ ਫਿਗਰਸ ਨੇ, ਇੱਕ ਸ਼ੰਕੂ ਹੈ ਤੇ ਇੱਕ ਗੋਲਾ। ਤਾਂ ਸ਼ੰਕੂ ਦਾ ਤੁਹਾਨੂੰ ਕੀ ਕੀ ਗਿਵਨ ਹੈ, ਕੋਣ ਦਾ, ਇੱਕ ਤਾਂ ਹੈ ਹਾਈਟ ਤੇ ਇੱਕ ਹੈ ਤੁਹਾਡੇ ਕੋਲੇ ਆਰ, ਦੂਸਰਾ ਹੈ ਤੁਹਾਡੇ ਕੋਲ ਬੇਟਾ ਗੋਲਾ, ਸਫੀਅਰ, ਤੇ ਇਹਦੀ ਆਪਾਂ ਨੇ ਆਰ ਪਤਾ ਕਰਨੀ ਹੈ। ਠੀਕ ਹੈ ਜੀ। ਤਾਂ ਪ੍ਰਸ਼ਨ ਅਨੁਸਾਰ ਅਕੋਰਡਿੰਗ ਟੂ ਕੁਐਸਚਨ ਆਪਾਂ ਕੀ ਲਿਖਾਂਗੇ ਕਿ ਜਿਹੜਾ ਗੋਲੇ ਦਾ ਆਇਤਨ ਹੋਊਗਾ, ਮਤਲਬ ਜਿਹੜੀ ਚੀਜ਼ ਭੰਨ ਕੇ ਆਪਾਂ ਦੂਜੀ ਚੀਜ਼ ਬਣਾਉਂਦੇ ਆ ਤਾਂ ਦੋਨਾਂ ਦਾ ਕੀ ਸੇਮ ਹੁੰਦਾ ਹੈ, ਆਇਤਨ, ਵੋਲਿਊਮ। ਤਾਂ ਗੋਲੇ ਦਾ ਆਇਤਨ ਕਿਹਦੇ ਬਰਾਬਰ ਹੋਊਗਾ, ਸ਼ੰਕੂ ਦਾ ਆਇਤਨ। ਕਿਸ ਤਰ੍ਹਾਂ ਲਿਖਾਂਗੇ, ਵੋਲਿਊਮ ਆਫ ਸਫੀਅਰ ਇਜ਼ ਇਕੁਅਲ ਟੂ ਵੋਲਿਊਮ ਆਫ ਕੋਨ। ਵੈਲਿਊਜ਼ ਭਰੋ ਬੇਟਾ, ਫਾਰਮੂਲਾ ਲਿਖੋ ਪਹਿਲਾਂ ਤਾਂ। ਵੋਲਿਊਮ ਆਫ ਸਫੀਅਰ ਕਿੰਨਾ ਹੁੰਦਾ ਹੈ 4/3 ਪਾਈ ਆਰ ਦੀ 3। ਸੌਰੀ, ਆਰ ਆਪਾਂ ਇਹਦਾ ਵੱਡਾ ਲਿੱਤਾ ਸੀ ਨਾ, ਤਾਂ ਜਿਸ ਤਰ੍ਹਾਂ ਦਾ ਆਪਾਂ ਲੈਟ ਕੀਤਾ ਉਵੇਂ ਹੀ ਲਿਖਣਾ। ਵੋਲਿਊਮ ਆਫ ਕੋਨ ਕਿੰਨਾ ਹੁੰਦਾ 1/3 ਪਾਈ ਆਰ ਸਕੇਅਰ ਐਚ। ਤਾਂ ਦੋਨੋਂ ਸਾਈਡ ਤੋਂ ਪਹਿਲਾਂ ਤਾਂ ਪਾਈ ਕੈਂਸਲ ਕਰ ਲਓ। ਠੀਕ ਹੈ, ਹੁਣ ਇਹਦੇ ਵਿੱਚ ਆਪਾਂ ਨੇ ਵੈਲਿਊਜ਼ ਭਰਨੀਆਂ ਨੇ। ਲੈਫਟ ਸਾਈਡ 'ਤੇ ਕੋਈ ਵੈਲਿਊ ਆਪਣੇ ਕੋਲ ਹੈ ਨਹੀਂ ਕਿਉਂਕਿ ਆਰ ਫਾਈਂਡ ਕਰਨਾ। ਤਾਂ 1/3 ਇਹਦੀ ਆਰ ਆਪਾਂ ਲਿਖਾਂਗੇ 6 ਤੇ ਐਚ ਆਪਾਂ ਲਿਖਾਂਗੇ 24। ਇਹਨੂੰ ਸੋਲਵ ਕਰਾਂਗੇ। ਆਰ ਕਿਊਬ ਰੱਖੋ ਤੁਸੀਂ ਲੈਫਟ ਸਾਈਡ 'ਤੇ
ਤੇ 3/4 ਆਪਣਾ 4/3 ਸੀ ਜਿਹੜਾ ਉਧਰ ਜਾ ਕੇ ਹੋ ਗਿਆ 3/4। 3 ਨਾਲ 3 ਕੱਟ ਗਿਆ, 4 ਦੇ ਨਾਲ 24 ਕੱਟ ਲਓ, 6 ਚੌਕਾ 24। ਤਾਂ ਆਰ ਕਿਊਬ ਦੇਖੋ ਕਲੀਅਰਲੀ ਤੁਹਾਡੇ ਕੋਲੇ ਕੀ ਆ ਰਿਹਾ 6 ਦਾ ਕਿਊਬ। 6 ਗੁਣਾ 6 ਗੁਣਾ 6 ਆ ਰਿਹਾ ਨਾ, ਤਾਂ ਮੈਂ ਇਹਨੂੰ ਮਲਟੀਪਲਾਈ ਨਹੀਂ ਕੀਤਾ, ਆਪਣੀ ਕੈਲਕੂਲੇਸ਼ਨ ਨੂੰ ਬਿਲਕੁਲ ਨਹੀਂ ਵਧਾਇਆ, 6 ਦਾ ਕਿਊਬ ਲਿਖਤਾ। ਆਰ ਦੀ ਕਿਊਬ ਬਰਾਬਰ 6 ਦੀ ਕਿਊਬ ਹੈ, ਤਾਂ ਆਰ ਕਿੰਨੀ ਆ ਜੂਗੀ 6 ਸੈਂਟੀਮੀਟਰ। ਤਾਂ ਕੀ ਪੁੱਛਿਆ ਸੀ ਆਪਾਂ ਨੂੰ, ਰੇਡੀਅਸ ਆਫ ਸਫੀਅਰ, ਗੋਲੇ ਦਾ ਅਰਧ ਵਿਆਸ, ਤਾਂ ਉਹ ਕਿੰਨਾ ਆ ਗਿਆ 6 ਸੈਂਟੀਮੀਟਰ। ਤਾਂ ਦੇਖੋ ਬੇਟਾ ਇਹਦੇ ਵਿੱਚ ਤੁਸੀਂ ਧਿਆਨ ਕੀ ਦੇਣਾ ਹੈ, ਜਦੋਂ ਇੱਕ ਚੀਜ਼ ਭੰਨ ਕੇ ਤੋੜ ਕੇ ਦੂਸਰੀ ਚੀਜ਼ ਬਣਾਈ ਜਾਂਦੀ ਹੈ ਤਾਂ ਦੋਨਾਂ ਦਾ ਵੋਲਿਊਮ ਜਿਹੜਾ ਹੈ ਉਹ ਸੇਮ ਹੁੰਦਾ। ਤਾਂ ਤੁਸੀਂ ਕੀ ਕਰੋ, ਪਹਿਲਾਂ ਦੋਨੋਂ ਚੀਜ਼ਾਂ ਜਿਹੜੀਆਂ ਗਿਵਨ ਨੇ ਉਹਨਾਂ ਦਾ ਸਾਰਾ ਕੁਝ ਲਿਖ ਲਓ ਜੋ ਜੋ ਗਿਵਨ ਹੈ, ਤੇ ਆਪਣਾ ਅਕੋਰਡਿੰਗ ਟੂ ਕੁਐਸਚਨ ਲਿਖ ਕੇ ਦੱਸ ਦਿਓ ਵੀ ਕਿਹਦਾ ਆਇਤਨ ਕਿਹਦੇ ਬਰਾਬਰ ਹੈ। ਫਾਰਮੂਲਾ ਲਿਖ ਲਓ। ਮੋਸਟ ਪ੍ਰੋਬੇਬਲੀ ਤੁਹਾਡਾ ਜਿਹੜਾ ਪਾਈ ਹੈ ਉਹ ਕੱਟ ਜਾਂਦਾ ਹੁੰਦਾ, ਸਿਰਫ ਉਸ ਸਿਚੁਏਸ਼ਨ 'ਚ ਨਹੀਂ ਕੱਟਦਾ ਜਦੋਂ ਕਿਊਬ ਤੇ ਕਿਊਬੋਇਡ ਆ ਜਾਂਦੇ ਨੇ, ਠੀਕ ਹੈ। ਤਾਂ ਇਹ ਪਾਈ ਆਪਣੀ ਪਹਿਲਾਂ ਹੀ ਕੈਂਸਲ ਹੋ ਗਈ, ਬਾਕੀ ਵੈਲਿਊਜ਼ ਭਰੋਂਗੇ ਤਾਂ ਤੁਹਾਡੇ ਕੋਲੇ ਅਰਧ ਵਿਆਸ ਆ ਜਾਏਗਾ 6 ਸੈਂਟੀਮੀਟਰ। ਠੀਕ ਹੈ ਬੇਟਾ, ਸਮਝ ਆ ਗਿਆ। ਹਾਂਜੀ ਬੇਟੇ, ਆਪਾਂ ਨੇ ਭਾਗ ਊੜਾ ਕਰ ਲਿਆ ਤੇ ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਭਾਗ ਆੜਾ। ਇਹ ਹੈਗੇ ਨੇ ਸਾਰੇ ਕੁਐਸਚਨਸ 4 ਮਾਰਕਸ ਦੇ। ਪੰਜਵਾਂ ਕੁਐਸਚਨ ਜਿਹੜਾ ਕਰ ਰਹੇ ਹਾਂ ਆਪਾਂ, ਪਤਾ ਕਰੋ ਕਿ ਕੀ ਦੋ ਘਾਤੀ ਸਮੀਕਰਨ ਕਿਹੜੀ ਦਿੱਤੀ ਹੋਈ ਹੈ 3x² -4 √3x +4 ਬਰਾਬਰ 0। ਇੱਕ ਵਾਰ ਰਕਮ ਲਿਖਣ ਤੋਂ ਬਾਅਦ ਉਹਨੂੰ ਚੈੱਕ ਜ਼ਰੂਰ ਕਰਿਆ ਕਰੋ ਕਿ ਤੁਸੀਂ ਪਲੱਸ ਮਾਈਨਸ ਦੀ ਕੋਈ ਨਿਸ਼ਾਨੀ ਜਾਂ ਕੋਈ ਅੱਖਰ ਗਲਤ ਤਾਂ ਨਹੀਂ ਲਿਖ ਲਿਆ। ਫਿਰ ਉਸ ਤੋਂ ਬਾਅਦ ਆਪਣਾ ਸਮ ਕਰਨਾ ਸ਼ੁਰੂ ਕਰ ਦਿਆ ਕਰੋ, ਠੀਕ ਹੈ। ਚਲੋ ਰਕਮ ਪੜ੍ਹਦੇ ਹਾਂ ਫਿਰ ਤੋਂ। ਦੋ ਘਾਤੀ ਸਮੀਕਰਨ ਦੇ ਮੂਲ ਸੰਭਵ ਹਨ, ਪਹਿਲਾਂ ਤਾਂ ਇਹ ਪਤਾ ਕਰਨਾ ਹੈ। ਜੇਕਰ ਸੰਭਵ ਹਨ ਤਾਂ ਮੂਲ ਪਤਾ ਕਰੋ। ਇਟ ਮੀਨਸ ਬੇਟਾ ਪਹਿਲਾਂ ਆਪਾਂ ਮੂਲਾਂ ਦੀ ਪ੍ਰਕਿਰਤੀ ਦੇਖਣੀ ਹੈ। ਜੇ ਤਾਂ ਉਹ ਵਾਸਤਵਿਕ ਆਉਂਦੇ ਨੇ ਫਿਰ ਤਾਂ ਆਪਾਂ ਉਹਨੂੰ ਅੱਗੇ ਸੋਲਵ ਕਰਾਂਗੇ, ਵਾਸਤਵਿਕ ਜਾਂ ਵਾਸਤਵਿਕ ਬਰਾਬਰ, ਠੀਕ ਹੈ। ਜੇ ਨਹੀਂ ਆਉਂਦੇ ਤਾਂ ਫਿਰ ਆਪਾਂ ਲਿਖ ਦਾਂਗੇ ਮੂਲ ਸੰਭਵ ਨਹੀਂ ਹਨ। ਤਾਂ ਸੋਲਵ ਕਰਨ ਲਈ ਕੀ ਕਰਨਾ, ਸਭ ਤੋਂ ਪਹਿਲਾਂ ਡਿਸਕ੍ਰਿਮੀਨੈਂਟ। ਤਾਂ A ਕਿੰਨਾ ਆ ਰਿਹਾ 3, B ਹੈਗਾ -4 √3 ਤੇ C ਕਿੰਨਾ 4। ਤੇ ਆਪਾਂ ਫਾਈਂਡ ਕਰਨਾ ਹੈ ਡਿਸਕ੍ਰਿਮੀਨੈਂਟ। ਫਾਰਮੂਲਾ ਹੈ B² -4AC। B ਹੈ ਆਪਣੇ ਕੋਲੇ -4 √3 ਦਾ ਸਕੇਅਰ, A 3 ਤੇ C 4। ਹਾਂਜੀ, ਕਈ ਬੱਚੇ ਕੀ ਹੁੰਦਾ ਇਹਨੂੰ ਗੁਣਾ ਕਰਨ 'ਚ ਬਹੁਤ ਉਲਝਦੇ ਨੇ, ਤਾਂ ਬੇਟਾ ਇਹਨੂੰ ਸੌਖਾ ਤਰੀਕਾ ਯਾਦ ਰੱਖਿਆ ਕਰੋ। 9th ਦੇ ਵਿੱਚ ਆਪਾਂ ਇਸ ਤਰ੍ਹਾਂ ਦੀਆਂ ਗੁਣਾ ਕਰਨੀਆਂ ਸਿੱਖੀਆਂ ਸੀ। 4 √3 ਦਾ ਸਕੇਅਰ ਹੈ ਤਾਂ ਮੈਂ ਇਹਨੂੰ 2 ਵਾਰ ਲਿਖ ਲਿਆ। ਸਭ ਤੋਂ ਪਹਿਲਾਂ ਜੋ ਬਾਹਰ ਅੱਖਰ ਹੈ ਉਹਦੀ ਗੁਣਾ ਕਰ ਲਓ, ਚੌਕਮ ਚੌਕੀ 16। ਜਦੋਂ √3 ਨੂੰ √3 ਨਾਲ ਗੁਣਾ ਕਰਨੀ ਹੈ ਤਾਂ ਪੇਅਰ ਬਣ ਰਿਹਾ 3 ਦਾ, ਹੈ ਨਾ। 3 ਗੁਣਾ 3 ਜਦੋਂ ਪੇਅਰ ਬਣਦਾ ਹੁੰਦਾ ਤਾਂ 3 ਬਾਹਰ ਆ ਜਾਂਦਾ। ਤਾਂ 16 ਤੀਏ ਕਿੰਨਾ ਹੋ ਗਿਆ ਇਹ 48। ਠੀਕ ਹੈ ਬੇਟਾ, ਗੁਣਾ ਕਰਨੀ ਪਤਾ ਲੱਗ ਗਈ। ਹੁਣ ਦੇਖੋ ਇਹ ਆ ਗਿਆ 48 ਆਂਸਰ। ਅਗਲਾ ਗੁਣਾ ਕਰੋ, 4 ਤੀਏ 12, 12 ਚੌਕ 48। ਤਾਂ ਇਹ ਤਾਂ ਆ ਗਈ ਆਪਣੇ ਕੋਲੇ D 0। 48 ਚੋਂ 48 ਘਟਾਏ 0, ਤਾਂ ਡਿਸਕ੍ਰਿਮੀਨੈਂਟ ਕਿੰਨਾ ਆ ਰਿਹਾ 0। ਇੱਥੇ ਆਪਾਂ ਕੀ ਲਿਖਾਂਗੇ, ਮੂਲ ਵਾਸਤਵਿਕ ਵੀ ਨੇ ਤੇ ਬਰਾਬਰ ਵੀ ਨੇ। ਇੰਗਲਿਸ਼ 'ਚ ਕੀ ਲਿਖੋਗੇ, ਰੂਟਸ ਆਰ ਰੀਅਲ ਐਂਡ ਇਕੁਅਲ। ਤਾਂ ਜਦੋਂ ਰੀਅਲ ਐਂਡ ਇਕੁਅਲ ਨੇ ਤਾਂ ਵੀ ਆਪਾਂ ਉਹਨਾਂ ਨੂੰ ਪਤਾ ਕਰ ਸਕਦੇ ਹਾਂ। ਕਿਸ ਤਰ੍ਹਾਂ, ਦੋ ਘਾਤੀ ਸੂਤਰ ਦੀ ਵਰਤੋਂ ਕਰਕੇ। ਦੋ ਘਾਤੀ ਸੂਤਰ ਕੀ ਹੁੰਦਾ ਹੈ, x = -b ± √d/2a। ਕਈ ਵਾਰ ਆਪਾਂ ਕੀ ਲਿਖਦੇ ਹਾਂ, ਇਹਨੂੰ ਐਦਾਂ ਵੀ ਲਿਖ ਸਕਦੇ ਹਾਂ, ਜਿਵੇਂ D ਹੈ ਨਾ ਡਿਸਕ੍ਰਿਮੀਨੈਂਟ ਹੈ, ਉੱਥੇ ਆਪਾਂ ਪੂਰਾ ਫਾਰਮੂਲਾ ਹੀ ਲਿਖ ਦਿੰਦੇ ਹੁੰਦੇ ਹਾਂ। ਕਿਉਂਕਿ ਹੁਣ ਇੱਥੇ ਆਪਾਂ ਡਿਸਕ੍ਰਿਮੀਨੈਂਟ ਪਹਿਲਾਂ ਸੋਲਵ ਕਰ ਚੁੱਕੇ ਹਾਂ ਤਾਂ ਦੁਬਾਰਾ ਵੱਡਾ ਫਾਰਮੂਲਾ ਨਹੀਂ ਲਿਖਾਂਗੇ। ਕਲੀਅਰ ਜੀ। ਹੁਣ ਇਹਨਾਂ ਦੀ ਵੈਲਿਊਜ਼ ਭਰਦੇ ਹਾਂ। -b, ਤਾਂ b ਪਹਿਲਾਂ ਹੀ -4 √3 ਹੈ ਤਾਂ ਇੱਥੇ ਆ ਜਾਊਗਾ +4 √3। ਤੇ d ਆਪਾਂ ਕਿੰਨਾ ਫਾਈਂਡ ਕੀਤਾ ਹੈ 0। 2 × a ਕਿੰਨੀ ਹੈ, a ਹੈਗੀ ਹੈ 3, ਤਾਂ ਇਹ ਬਣ ਗਿਆ 4 √3/6। ਹੁਣ ਇਹਦਾ ਕੀ ਕੱਟ ਸਕਦਾ ਹੈ, ਸਿਰਫ ਬਾਹਰਲੇ ਅੱਖਰ ਕੱਟ ਸਕਦੇ ਨੇ। ਕਿੰਨਾ ਆਂਸਰ ਆ ਗਿਆ 2 √3/3। ਤਾਂ ਬੇਟਾ ਹੁਣ ਮੂਲ ਬਰਾਬਰ ਨੇ ਤਾਂ ਇਸ ਕਰਕੇ ਜਿਹੜੇ ਦੋਨੋਂ ਰੂਟਸ ਹੋਣਗੇ ਉਹ ਇਹੀ ਹੋਣਗੇ। ਤਾਂ ਮੂਲ ਕਿਹੜੇ ਕਿਹੜੇ ਨੇ ਬੇਟਾ, 2 √3/3
ਤੇ ਦੂਜਾ ਵੀ ਕਿੰਨਾ ਹੋਊਗਾ 2 ਅੰਡਰ ਰੂਟ 3/3 ਬਿਕੋਜ਼ ਬੋਥ ਰੂਟਸ ਆਰ ਇਕੁਅਲ। ਠੀਕ ਹੈ, ਕਿਉਂਕਿ ਆਪਾਂ ਇਹ ਸੋਲਵ ਕਰ ਚੁੱਕੇ ਪਹਿਲਾਂ ਕਿ ਰੂਟਸ ਜਿਹੜੇ ਵੀ ਆਉਣਗੇ ਇਕੁਅਲ ਆਉਣਗੇ। ਇੰਨਾ ਚੰਗੀ ਤਰ੍ਹਾਂ ਇਹਨੂੰ ਐਕਸਪੈਂਡ ਕਰਕੇ ਲਿਖੋਗੇ ਫਿਰ ਹੀ ਤੁਹਾਡੇ 4 ਮਾਰਕਸ ਜਿਹੜੇ ਨੇ ਪੂਰੇ ਮਿਲਣਗੇ। ਤਾਂ ਕੀ ਸਮ ਸੀ ਦੇਖੋ ਬੇਟਾ, ਪਹਿਲਾਂ ਆਪਾਂ ਡੀ ਫਾਈਂਡ ਕੀਤਾ 0 ਆ ਗਿਆ, ਨਾਲ ਦੀ ਨਾਲ ਉਹਦੀ ਪ੍ਰਕਿਰਤੀ ਲਿਖੀ ਕਿ ਹਾਂਜੀ ਵਾਸਤਵਿਕ ਵੀ ਨੇ ਤੇ ਬਰਾਬਰ ਵੀ ਨੇ, 2 ਘਾਤੀ ਸੂਤਰ ਲਗਾਇਆ, ਉਸ ਤੋਂ ਬਾਅਦ ਆਪਾਂ ਨੇ ਦੋਨੋਂ ਰੂਟਸ ਫਾਈਂਡ ਕੀਤੇ। ਠੀਕ ਹੈ ਬੇਟਾ ਜੀ, ਕਲੀਅਰ ਹੈ ਕੁਐਸਚਨ। ਹਾਂਜੀ, ਤਾਂ 6ਵਾਂ ਕੁਐਸਚਨ ਹੈ ਬੇਟਾ ਫਾਈਂਡ ਦਾ ਸਮ, ਜੋੜ ਪਤਾ ਕਰੋ। ਤਾਂ ਇਹ ਆਪਾਂ ਨੂੰ ਦਿੱਤੀ ਹੋਈ ਹੈ AP। ਤਾਂ ਕੀ ਤੁਹਾਨੂੰ ਜੋੜ ਪਤਾ ਕਰਨ ਲਈ ਸਾਰਾ ਕੁਝ ਪਤਾ ਹੈ? ਤਾਂ ਇਹਨੂੰ ਸਵਾਲ ਨੂੰ ਕਰਨ ਦਾ ਢੰਗ ਕੀ ਹੈ, ਪਹਿਲਾਂ ਰਫ ਸਾਈਡ ਤੇ ਜੋੜ ਦਾ ਫਾਰਮੂਲਾ ਲਿਖ ਕੇ ਦੇਖ ਲਓ। ਤੁਹਾਡੇ ਕੋਲ ਫਸਟ ਟਰਮ ਵੀ ਹੈ, ਤੁਹਾਡੇ ਕੋਲੇ ਲਾਸਟ ਟਰਮ ਵੀ ਹੈ। ਤਾਂ ਕਿਹੜਾ ਫਾਰਮੂਲਾ ਲਿਖੋਗੇ A + L। ਤਾਂ ਕਈ ਵਾਰੀ ਆਪਾਂ L ਦੀ ਜਗ੍ਹਾ ਕੀ ਲਿਖ ਦਿੰਦੇ ਹੁੰਦੇ ਆ AN, ਲਾਸਟ ਟਰਮ ਇਹ ਵੀ ਹੁੰਦੀ ਹੈ ਨਾ। ਤਾਂ ਦੇਖੋ ਬੇਟਾ ਤੁਹਾਡੇ ਕੋਲ ਇਸ ਫਾਰਮੂਲੇ ਦੇ ਲਈ ਸਾਰਾ ਕੁਝ ਹੈ। ਯੈਸ ਤੁਹਾਡੇ ਕੋਲ A ਹੈ, ਹਾਂਜੀ ਤੁਹਾਡੇ ਕੋਲ L ਹੈ। ਤਾਂ ਕੀ ਤੁਹਾਡੇ ਕੋਲ N ਹੈ, ਨੰਬਰ ਆਫ ਟਰਮਸ ਹੈ? ਨੋ। ਤਾਂ ਇਹਦਾ ਮਤਲਬ ਇਹ ਸਮ ਹਲੇ ਜੋੜ ਦਾ ਫਾਰਮੂਲਾ ਲਗਾਉਣ ਯੋਗ ਹੈ ਨਹੀਂ। ਤਾਂ ਪਹਿਲਾਂ ਆਪਾਂ ਨੂੰ ਪਤਾ ਕਰਨਾ ਪਊਗਾ ਵੀ ਇਹ ਕਿੰਨੀਆਂ ਟਰਮਸ ਨੇ। ਤਾਂ ਉਹ ਕਿੱਥੋਂ ਪਤਾ ਲੱਗੂਗਾ, ਫਸਟ ਫਾਰਮੂਲਾ ਜਿਹੜਾ AN ਵਾਲਾ ਉਹ ਲਗਾ ਕੇ। ਤਾਂ ਪਹਿਲਾਂ ਦੇਖੋ A ਕਿੰਨਾ ਹੈ 34, D ਦਾ ਫਾਰਮੂਲਾ ਕੀ ਹੁੰਦਾ ਹੈ A2 - A1, A2 ਕਿੰਨੀ ਹੈ 32, A1 ਕਿੰਨੀ ਹੈ 34। 32 ਦੇ ਵਿੱਚੋਂ 34 ਘਟਾਵਾਂਗੇ ਕਿੰਨਾ ਆਨਸਰ ਆਊਗਾ -2। ਤੇ ਲਾਸਟ ਟਰਮ ਕਿੰਨੀ ਹੈ ਆਪਣੇ ਕੋਲੇ 10। ਠੀਕ ਹੈ, ਤਾਂ ਹੁਣ ਆਪਾਂ ਇਹ ਲਾਸਟ ਟਰਮ ਦਾ ਫਾਰਮੂਲਾ ਲਗਾ ਕੇ ਪਹਿਲਾਂ N ਫਾਈਂਡ ਕਰਾਂਗੇ। ਨਾਓ ਜਾਂ ਹੁਣ ਲਿਖ ਕੇ AN ਬਰਾਬਰ 10 ਹੈ। AN ਦਾ ਫਾਰਮੂਲਾ ਹੁੰਦਾ ਹੈ A + N - 1D ਬਰਾਬਰ 10। A ਦੀ ਵੈਲਿਊ 34, N ਨਹੀਂ ਪਤਾ, D ਦੀ ਵੈਲਿਊ ਦੇਖੋ -2 ਹੈ ਤਾਂ ਉਹਨੂੰ ਬ੍ਰੈਕਟ 'ਚ ਰੱਖਾਂਗੇ, ਬਰਾਬਰ ਕਿੰਨਾ 10। ਸਭ ਤੋਂ ਪਹਿਲਾਂ ਕਿਵੇਂ ਸੋਲਵ ਕਰਦੇ ਹੁੰਦੇ ਆ, ਜਿਹੜਾ 34 ਹੈ ਇਹਨੂੰ ਰਾਈਟ ਸਾਈਡ ਤੇ ਲੈ ਕੇ ਜਾਓ। 34 ਪਲੱਸ ਦਾ ਸੀ ਮਾਈਨਸ ਦਾ ਹੋ ਜਾਊਗਾ। ਹਾਂਜੀ 34 ਦੇ ਵਿੱਚੋਂ 10 ਘਟਾਵਾਂਗੇ -24। ਇਸ ਤੋਂ ਬਾਅਦ n - 1 ਜਿਹੜੀ ਬ੍ਰੈਕਟ ਹੈ ਉਹਨੂੰ ਲੈਫਟ ਤੇ ਰੱਖੋ, -2 ਜਿਹੜਾ ਹੈ ਉਹ ਓਵਰ 'ਚ ਚਲਾ ਗਿਆ, ਮਾਈਨਸ ਨਾਲ ਮਾਈਨਸ ਕੈਂਸਲ ਹੋ ਗਿਆ, 2 ਦੇ ਨਾਲ 24 ਕੈਂਸਲ ਹੋ ਗਿਆ, ਕਿੰਨਾ ਆ ਗਿਆ 12। ਤਾਂ n - 1 ਬਰਾਬਰ 12, n ਕਿੰਨਾ ਹੋ ਜਾਊਗਾ 12 + 1 ਬਰਾਬਰ 13। ਤਾਂ ਹਾਂਜੀ ਬੇਟਾ ਜਿਹਦੀ ਆਪਾਂ ਨੂੰ ਕਮੀ ਲੱਗ ਰਹੀ ਸੀ ਫਾਰਮੂਲੇ ਦੇ ਵਿੱਚ ਉਹ n ਆਪਾਂ ਨੂੰ ਪਤਾ ਲੱਗ ਚੁੱਕਿਆ, ਨੰਬਰ ਆਫ ਟਰਮਸ ਪਤਾ ਲੱਗ ਚੁੱਕਿਆ। ਹੁਣ ਆਪਾਂ ਪਤਾ ਕਰਾਂਗੇ ਸਮ। ਸਮ ਦਾ ਫਾਰਮੂਲਾ ਕਿਹੜਾ ਲਗਾਵਾਂਗੇ, ਲਾਸਟ ਟਰਮ ਵਾਲਾ, ਕਿਉਂਕਿ ਆਪਾਂ ਨੂੰ ਫਸਟ ਟਰਮ ਵੀ ਪਤਾ ਹੈ ਲਾਸਟ ਟਰਮ ਵੀ ਪਤਾ ਹੈ। ਹਾਂਜੀ ਇਹਨਾਂ ਦੀ ਵੈਲਿਊਜ਼ ਭਰੋ। n ਆਪਾਂ ਹੁਣੀ ਫਾਈਂਡ ਕੀਤਾ 13, ਤਾਂ S 13 ਕੱਢਣਾ, 13/2। A ਕਿੰਨਾ ਸੀ ਆਪਣੇ ਕੋਲੇ, ਫਸਟ ਟਰਮ ਸੀਗੀ 34 ਤੇ ਲਾਸਟ ਟਰਮ ਹੈਗੀ ਹੈ 10। ਸੋਲਵ ਕਰੋ 13/2, 34 ਦੇ ਵਿੱਚ 10 ਜੋੜਾਂਗੇ 44, 2 ਦੇ ਨਾਲ 44 ਕੱਟਿਆ ਗਿਆ, ਕਿੰਨਾ ਆ ਗਿਆ 22। ਤਾਂ 13 ਨੂੰ ਆਪਾਂ 22 ਨਾਲ ਗੁਣਾ ਕਰਨੀ ਹੈ, ਤਾਂ ਗੁਣਾ ਕਰਾਂਗੇ ਤਾਂ ਇਹਦਾ ਆਨਸਰ ਆ ਜਾਊਗਾ ਬੇਟੇ। ਹੁਣ ਇਹ ਮੈਂ ਗੁਣਾ ਕਿਵੇਂ ਕੀਤੀ ਹੈ, ਪਹਿਲਾਂ ਤਾਂ ਤੁਸੀਂ ਗੁਣਾ ਚੈੱਕ ਕਰੋ ਵੀ ਇਹ ਸਹੀ ਹੋਈ ਹੈ। ਠੀਕ ਹੈ, ਦੇਖੋ 22 ਨਾਲ ਗੁਣਾ ਕਰਨੀ ਹੈ, 3 ਦੂਣੀ 6, 2 ਏਕਮ 2, 3 ਦੂਣੀ 6, 2 ਏਕਮ 2, 6 6 7 8 ਤੇ 2, ਦੇਖੋ ਸੇਮ ਆਨਸਰ ਆਇਆ ਨਾ। ਹੁਣ ਮੈਂ ਤੁਹਾਨੂੰ ਟ੍ਰਿਕ ਦੱਸਦੀ ਹਾਂ, ਮੈਂ ਇਹ ਗੁਣਾ ਇੰਨੀ ਛੇਤੀ ਕਿਵੇਂ ਕਰ ਲਈ, ਸਿਰਫ 2 ਅੱਖਰ ਲਿਖ ਕੇ। ਇਹ ਕਿਵੇਂ ਕੀਤੀ ਹੈ, ਕਿਉਂਕਿ 13 ਸੀ ਨਾਲ 22 ਸੀ, ਤਾਂ 22 ਨੂੰ ਮੈਂ 11 ਗੁਣਾ 2 ਕਰ ਲਿਆ, ਤਾਂ 13 ਦੂਣਾ ਕਿੰਨਾ ਹੋ ਗਿਆ 26। ਕਿਸੇ ਵੀ ਰਕਮ ਨੂੰ ਜਦੋਂ 11 ਨਾਲ ਗੁਣਾ ਕਰਨਾ ਹੁੰਦਾ ਤਾਂ ਇੱਕ ਅੱਖਰ ਛੱਡ ਕੇ ਉਹੀ ਰਕਮ ਰਿਪੀਟ ਕਰ ਦਿੰਦੇ ਹੁੰਦੇ ਆ, ਬਸ ਫਿਰ ਉਹਨੂੰ ਜੋੜ ਲੈਂਦੇ ਹੁੰਦੇ ਆ, ਉਹ 11 ਨਾਲ ਗੁਣਾ ਹੋ ਜਾਂਦੀ ਹੈ। ਤੁਹਾਡੀ ਕੈਲਕੂਲੇਸ਼ਨ 'ਤੇ ਜ਼ਿਆਦਾ ਟਾਈਮ ਨਹੀਂ ਲੱਗਦਾ। ਤਾਂ ਬੇਟਾ ਜੀ ਇਸ ਸਮ ਦਾ ਆਨਸਰ ਆਪਣੇ ਕੋਲ ਆ ਗਿਆ 286। ਤਾਂ ਕਿਸ ਤਰ੍ਹਾਂ ਸਮ ਸੋਲਵ ਕੀਤਾ ਬੇਟੇ, ਆਪਾਂ ਨੂੰ ਇੱਕ AP ਦਿੱਤੀ ਹੋਈ ਸੀ, ਸਮ ਕੱਢਣ ਲਈ ਕਿਹਾ ਸੀ, ਪਰ ਉਸ AP ਦੇ ਵਿੱਚ ਨੰਬਰ ਆਫ ਟਰਮਸ ਨਹੀਂ ਸੀ। ਲਾਸਟ ਟਰਮ ਤੋਂ ਆਪਾਂ ਨੇ ਫਾਰਮੂਲਾ ਚੱਕਿਆ, ਲਾਸਟ ਟਰਮ ਦਾ ਫਾਰਮੂਲਾ ਲਗਾ ਕੇ ਸਭ ਤੋਂ ਪਹਿਲਾਂ ਕੀ ਫਾਈਂਡ ਕੀਤਾ ਗਿਆ n, ਫਿਰ ਉਹ n ਨੂੰ ਆਪਾਂ ਯੂਜ਼ ਕੀਤਾ ਸਮ ਦੇ ਫਾਰਮੂਲੇ ਦੇ ਵਿੱਚ। ਸਮ ਦਾ ਫਾਰਮੂਲਾ ਕਿਹੜਾ ਲਗਾਇਆ, ਛੋਟਾ ਵਾਲਾ ਜਿਹਦੇ ਵਿੱਚ ਫਸਟ ਟਰਮ ਪਲੱਸ ਲਾਸਟ ਟਰਮ ਹੁੰਦੀ ਹੈ। ਠੀਕ ਹੈ ਜੀ, ਤਾਂ ਵੈਲਿਊ ਭਰ ਕੇ ਆਪਣੇ ਕੋਲ ਆਨਸਰ ਆ ਜਾਏਗਾ।
ਓਕੇ, ਸਮਝ ਆ ਗਿਆ। ਹੁਣ ਆਪਾਂ ਚੱਲਦੇ ਹਾਂ ਬੇਟਾ ਜੀ ਨੈਕਸਟ ਕੁਐਸਚਨ ਤੇ। ਇਸ ਕੁਐਸਚਨ ਦੇ ਵਿੱਚ ਸੀਗੀ ਬੱਚੇ ਜਾਮ, ਤਾਂ ਜਾਮ ਵਾਲਾ ਕੁਐਸਚਨ ਕਰਦੇ ਹਾਂ। ਇਹ ਹੈਗਾ 8 ਦੇ ਪਹਿਲੇ 15 ਗੁਣਜਾਂ ਦਾ ਜੋੜ ਪਤਾ ਕਰੋ। ਸਮ ਆਫ ਫਸਟ 15 ਮਲਟੀਪਲਸ ਆਫ 8। ਤਾਂ ਸਭ ਤੋਂ ਪਹਿਲਾਂ ਮਲਟੀਪਲਸ ਆਫ 8 ਲਿਖੋ, ਫਸਟ ਵੀ ਲਿਖ ਲਓ। ਫਸਟ ਮਲਟੀਪਲਸ ਆਫ 8 ਆਰ। ਤਾਂ 8 ਦੇ ਪਹਿਲੇ ਗੁਣਜ ਜਾਂ ਗੁਣਜ ਕਿਹੜੇ ਨੇ? ਸਭ ਤੋਂ ਪਹਿਲਾਂ 8 ਆਉਂਦਾ, ਫਿਰ 16, 8 ਦੂਣੀ 16 ਹੁੰਦਾ ਨਾ, 8 ਤੀਆ 24 ਐਂਡ ਸੋ ਔਨ। ਸਾਨੂੰ ਨਹੀਂ ਪਤਾ 15ਵਾਂ ਕੀ ਹੋਊਗਾ, ਠੀਕ ਹੈ, ਆਪਾਂ ਉਹਨੂੰ ਲਿਖਦੇ ਵੀ ਨਹੀਂ। ਤਾਂ ਆਪਾਂ ਨੇ 15 ਪਦਾਂ ਦਾ ਜੋੜ ਕਰਨਾ, ਤਾਂ ਇਟ ਮੀਨਸ ਆਪਾਂ ਨੂੰ n ਪਤਾ ਹੈ 15। ਤਾਂ ਇਹ ਕਿੰਨਾ 8। ਡੀ ਤੁਹਾਨੂੰ ਫਾਰਮੂਲਾ ਲਾ ਕੇ ਕੱਢਣ ਦੀ ਲੋੜ ਨਹੀਂ, ਕਿਉਂਕਿ 8 ਦੇ ਗੁਣਜ ਕੱਢ ਰਹੇ ਹੋ ਤਾਂ ਅੰਤਰ ਵੀ ਕਿੰਨਾ 8 8 ਦਾ। ਤਾਂ ਤੁਸੀਂ ਸਿਰਫ ਬੇਟਾ ਜੋੜ ਦਾ ਫਾਰਮੂਲਾ ਹੀ ਲਗਾਉਣਾ ਹੈ। n/2 2a ਪਲੱਸ n ਮਾਈਨਸ 1 d। ਸਾਰੀਆਂ ਵੈਲਿਊਜ਼ ਹੈਗੀਆਂ ਨੇ, ਪੁੱਟ ਕਰ ਦਿਓ। s 15 15 ਪਦਾਂ ਦਾ ਜੋੜ ਹੋ ਗਿਆ। 15/2 2 ਗੁਣਾ 8, 15 ਮਾਈਨਸ 1 d ਕਿੰਨਾ 8। ਹਾਂਜੀ 15/2 8 ਦੂਣੀ 16, 15 ਚੋਂ 1 ਘਟਾਵਾਂਗੇ 14, 14 ਨੂੰ 8 ਨਾਲ ਗੁਣਾ ਕਰਾਂਗੇ, ਕਿੰਨਾ ਆ ਗਿਆ 112। 112 ਦੇ ਵਿੱਚ ਹੁਣ 16 ਜੋੜਾਂਗੇ 128, 2 ਨਾਲ 128 ਨੂੰ ਕੱਟ ਦਿਓ ਬੇਟਾ, ਕਿੰਨਾ ਆ ਗਿਆ 64। ਤਾਂ ਆਪਣਾ ਆਨਸਰ ਆਊਗਾ 15 ਗੁਣਾ 64। ਤਾਂ 64 ਨੂੰ 15 ਨਾਲ ਗੁਣਾ ਕਰ ਲਓ। 5 ਚੌਕਾ 20, ਹਸਨ ਲਾਏ 2, 6 5 30, 30 ਤੇ 2 32, 1 ਚੌਕਾ ਚੌਕਾ 1 ਛਿੱਕਾ ਛਿੱਕਾ 0, 4 ਤੇ 2 6, 6 ਤੇ 3 9। ਤਾਂ ਇਹਦਾ ਆਨਸਰ ਆ ਜਾਏਗਾ ਬੇਟਾ 960। S15 ਮਤਲਬ ਪਹਿਲੇ 15 ਪਦਾਂ ਦਾ ਜੋੜ। ਕਲੀਅਰ ਹੈ ਜੀ। ਇਹਦੇ ਵਿੱਚ ਸਮਝ ਕੀ ਸੀ? ਪਹਿਲਾਂ ਆਪਾਂ ਨੇ 8 ਦੇ ਗੁਣਜ ਲਿਖੇ, ਕੁਛ ਮਤਲਬ 2 3 4 ਗੁਣਜ ਲਿਖਤੇ, ਸੋਨ ਪਾਤਾ, ਏਪੀ ਬਣ ਗਈ, ਕਿਉਂਕਿ ਆਪਾਂ ਨੂੰ ਪਤਾ ਇਹਨਾਂ ਵਿੱਚ ਅੰਤਰ ਕਿੰਨਾ 8 8 ਦਾ। ਉਸ ਤੋਂ ਬਾਅਦ ਸਿਰਫ ਫਾਰਮੂਲੇ ਦੇ ਵਿੱਚ ਆਪਾਂ ਵੈਲਿਊਜ਼ ਭਰਨੀਆਂ ਨੇ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਬੇਟਾ, ਇਹਦਾ ਪੂਰੇ ਧਿਆਨ ਦੇ ਨਾਲ ਪ੍ਰੈਕਟਿਸ ਕਰ ਲਓ, ਠੀਕ ਹੈ ਜੀ। ਹਾਂਜੀ ਬੇਟਾ, ਇਸ ਵੀਡੀਓ ਦਾ ਆਪਾਂ ਹੁਣ ਲਾਸਟ ਕੁਐਸਚਨ ਕਰਨ ਲੱਗੇ ਹਾਂ, 7ਵਾਂ ਕੁਐਸਚਨ। ਜਿਹੜੇ ਬਾਕੀ ਰਹਿ ਜਾਣਗੇ ਆਪਾਂ ਇਸ ਦੇ ਸੈਕਿੰਡ ਪਾਰਟ ਦੇ ਵਿੱਚ ਕਰਾਂਗੇ। ਇਹਦੇ ਵਿੱਚ ਹੈ ਧਰਤੀ ਤੇ ਇੱਕ ਬਿੰਦੂ A ਤੋਂ। ਇੰਗਲਿਸ਼ ਮੀਡੀਅਮ ਵਾਲੇ ਬੱਚੇ ਨਾ ਆਪਣੀ ਬੁੱਕ ਖੋਲ ਲਿਓ, ਉਹਦੇ ਵਿੱਚ ਇਹ ਹੈਗਾ ਕੁਐਸਚਨ, ਨਾਲ ਦੀ ਨਾਲ ਇੰਗਲਿਸ਼ 'ਚ ਇਹਨੂੰ ਪੜ੍ਹ ਲਿਓ, ਠੀਕ ਹੈ ਜੀ। 10 ਮੀਟਰ ਉੱਚੇ ਭਵਨ ਦੇ ਸਿਖਰ ਦਾ ਉਚਾਨ ਕੋਣ ਕਿੰਨਾ 30 ਡਿਗਰੀ। ਭਵਨ ਦੇ ਸਿਖਰ ਤੇ ਇੱਕ ਝੰਡਾ ਲਹਿਰਾਇਆ ਗਿਆ P ਤੋਂ, ਉਸ ਝੰਡੇ ਦੇ ਸਿਖਰ ਦਾ ਉਚਾਨ ਕੋਣ ਕਿੰਨਾ 45 ਡਿਗਰੀ। ਇੱਕ ਆਪਾਂ ਪਤਾ ਕਰਨਾ ਹੈ ਝੰਡੇ ਦੇ ਡੰਡੇ ਦੀ ਲੰਬਾਈ, ਤੇ ਇੱਕ ਆਪਾਂ ਪਤਾ ਕਰਨਾ ਹੈ ਬਿੰਦੂ P ਤੋਂ ਭਵਨ ਦੀ ਦੂਰੀ। ਦਿੱਤਾ ਕੀ ਹੋਇਆ, ਇੱਕ ਬਿੰਦੂ P ਤੋਂ ਇੱਕ 10 ਮੀਟਰ ਉੱਚੇ ਭਵਨ ਦੇ ਸਿਖਰ ਦਾ, 10 ਮੀਟਰ ਉੱਚਾ ਭਵਨ ਹੈ ਆਪਣੇ ਕੋਲ, ਠੀਕ ਹੈ ਜੀ। ਤਾਂ ਦੇਖੋ ਫਿਗਰ ਮੈਂ ਇਹਨੂੰ ਹੀ ਰੱਖਦੀ ਹਾਂ। ਜਿਹੜਾ ਇਹ ਭਵਨ ਹੈ ਬੇਟੇ, ਇਹ 10 ਮੀਟਰ ਉੱਚਾ ਦਿੱਤਾ ਹੋਇਆ, 1 ਮਿੰਟ, ਇਹ ਵਾਲਾ, ਠੀਕ ਹੈ ਜੀ। ਕਲੀਅਰ ਹੈ। ਹੁਣ ਦੇਖੋ, ਜਦੋਂ ਹੁਣ ਇਹ ਦੋ ਆਪਣੇ ਕੋਲੇ ਸਮਕੋਣੀ ਤਿਕੋਣਾ ਬਣ ਰਹੀਆਂ ਨੇ, ਇੱਕ ਇੱਥੇ 90 ਦਾ ਕੋਣ ਬਣ ਰਿਹਾ ਨਾ, ਤਾਂ ਪਹਿਲੀ ਸਮਕੋਣੀ ਤਿਕੋਣ ਕਿਹੜੀ ਹੈ? ਇਨ ਰਾਈਟ ਟ੍ਰਾਇੰਗਲ। ਕਿਹੜੀ ਰਾਈਟ ਟ੍ਰਾਇੰਗਲ ਲਈ ਹੈ ਆਪਾਂ? APB। ਉਹਦੇ ਵਿੱਚ ਟੈਂਜੈਂਟ ਦਾ ਫਾਰਮੂਲਾ ਹੁੰਦਾ ਲੰਬ ਬਟੇ ਆਧਾਰ, ਤਾਂ ਇਹਦੇ ਵਿੱਚ ਲੰਬ ਬਟੇ ਆਧਾਰ ਲਗਾਓ। AB ਬਟੇ AP ਬਰਾਬਰ ਟੈਨ ਕਿੰਨਾ ਹੋਊਗਾ? ਇਸ ਟ੍ਰਾਇੰਗਲ ਦੇ ਵਿੱਚ ਟੈਨ ਕਿੰਨਾ 30 ਡਿਗਰੀ ਹੈ। ਤਾਂ AB ਹੈਗਾ 10, AP ਨਹੀਂ ਪਤਾ, ਟੈਨ 30 ਦਾ ਮੁੱਲ ਕਿੰਨਾ ਹੁੰਦਾ 1/√3। ਕ੍ਰੋਸ ਮਲਟੀਪਲਾਈ ਕਰਾਂਗੇ, ਆਪਣੇ ਕੋਲ AP ਦਾ ਆਨਸਰ ਆ ਜਾਊਗਾ 10√3 ਮੀਟਰ। ਹੁਣ ਦੂਜੀ ਟ੍ਰਾਇੰਗਲ ਹੈ ਜਿਹੜੀ, ਉਹ ਕਿੰਨੀ ਹੈ? ਹਾਂਜੀ, ਦੂਜੀ ਟ੍ਰਾਇੰਗਲ ਦਾ ਨਾਮ ਕੀ ਹੈ? APD। ਇਹਦੇ ਵਿੱਚ ਵੀ ਆਪਾਂ ਟੈਨ ਦਾ ਹੀ ਫਾਰਮੂਲਾ ਲਗਾਵਾਂਗੇ। ਦੇਖੋ ਲੰਬ ਹੈਗਾ AD, ਆਧਾਰ ਹੈਗਾ AP, ਬਰਾਬਰ ਟੈਨ ਕਿੰਨਾ ਲਗਾਵਾਂਗੇ 45 ਡਿਗਰੀ, ਕਿਉਂਕਿ ਉੱਥੇ ਕੋਣ ਕਿੰਨਾ ਪੂਰਾ 45, ਠੀਕ ਹੈ।
ਤਾਂ AD ਹੈ ਜਿਹੜਾ, AD ਨੂੰ ਆਪਾਂ ਦੋ ਹਿੱਸਿਆਂ 'ਚ ਤੋੜ ਸਕਦੇ ਹਾਂ, AB ਪਲੱਸ BD, AB ਪਲੱਸ BD ਬਟੇ AP। tan 45 ਦਾ ਮੁੱਲ ਕਿੰਨਾ ਹੁੰਦਾ? 1। ਦੇਖੋ ਬੇਟਾ ਇੱਥੇ ਧਿਆਨ ਨਾਲ, ਦਿਸ ਵਨ BD ਪਲੱਸ AB ਸਾਰੀ ਮਿਲ ਕੇ ਕੀ ਬਣਦੀ ਹੈ? ਇਹ AD। ਤਾਂ ਇਸੇ ਕਰਕੇ ਆਪਾਂ ਨੇ AD ਨੂੰ ਇੱਥੇ ਲਿਖਿਆ ਹੈ AB ਪਲੱਸ BD। ਵੈਲਿਊ ਕਿਹਦੀ ਪਤਾ ਆਪਾਂ ਨੂੰ? AB ਦੀ। 10 ਵੈਲਿਊ ਪਤਾ, 10 AB ਦੀ ਵੈਲਿਊ ਹੈ। BD ਪਤਾ ਕਰਨਾ ਆਪਾਂ, ਝੰਡੇ ਦੀ ਲੰਬਾਈ ਹੈ। AP ਆਪਾਂ ਹੁਣੀ ਸੋਲਵ ਕੀਤਾ ਹੈ, 10 ਅੰਡਰ ਰੂਟ 3 ਬਰਾਬਰ ਕਿੰਨਾ ਹੈ? 1। ਕ੍ਰੋਸ ਮਲਟੀਪਲਾਈ ਕਰੋ, BD ਲੈਫਟ ਸਾਈਡ ਤੇ ਰੱਖੋ, 10 ਜਾ ਕੇ ਮਾਈਨਸ ਹੋ ਗਿਆ। ਇਹਨਾਂ ਨੂੰ ਸੋਲਵ ਕਰਨ ਦਾ ਢੰਗ ਬੇਟਾ, 10 ਕਾਮਨ ਕੱਢ ਲਓ, ਅੰਡਰ ਰੂਟ 3 ਮਾਈਨਸ 1 ਰਹਿ ਗਿਆ। ਇੱਥੇ ਵੀ ਛੱਡ ਸਕਦੇ ਹੋ, ਠੀਕ ਹੈ। ਇੰਨੇ ਮੀਟਰ ਆਨਸਰ ਆ ਗਿਆ। BD ਹੈ ਕੀ ਸੀ? ਦੇਖੋ ਫਿਗਰ ਦੇ ਵਿੱਚ, BD ਸੀ ਝੰਡੇ ਦੀ ਉਚਾਈ, ਝੰਡੇ ਦੇ ਡੰਡੇ ਦੀ, ਠੀਕ ਹੈ, ਲੰਬਾਈ ਜਾਂ ਉਚਾਈ। ਇਹ ਆਪਣੇ ਕੋਲ ਆ ਗਈ 10 ਅੰਦਰ ਹੈਗਾ ਅੰਡਰ ਰੂਟ 3 ਮਾਈਨਸ 1 ਮੀਟਰ। ਇੱਕ ਆਪਾਂ ਨੂੰ ਪੁੱਛਿਆ ਸੀ P ਬਿੰਦੂ ਤੋਂ ਭਵਨ ਦੀ ਦੂਰੀ, ਉਹ ਆਪਾਂ ਪਹਿਲਾਂ ਹੀ ਕੱਢ ਚੁੱਕੇ ਹਾਂ। AP 10 ਅੰਡਰ ਰੂਟ 3 ਮੀਟਰ, ਇਹ ਵੀ ਲਿਖ ਦਿਓ। ਬਿੰਦੂ P ਤੋਂ ਭਵਨ ਦੀ ਦੂਰੀ ਕਿੰਨੀ ਫਾਈਂਡ ਕੀਤੀ ਸੀ? 10 ਅੰਡਰ ਰੂਟ 3 ਮੀਟਰ। ਬੇਟਾ ਇੱਥੇ ਵੀ ਸਮ ਖਤਮ ਕਰ ਸਕਦੇ ਹੋ। ਥੋੜਾ ਹੋਰ ਅੱਗੇ ਸੋਲਵ ਕਰਨਾ ਹੋਵੇ ਤਾਂ ਤੁਹਾਨੂੰ ਅੰਡਰ ਰੂਟ 3 ਦੀ ਵੈਲਿਊ ਪਤਾ ਹੋਣੀ ਚਾਹੀਦੀ ਹੈ, 1.73। ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ 10 ਗੁਣਾ 0.73, 1.73 ਦੇ ਵਿੱਚੋਂ ਜਦੋਂ ਆਪਾਂ 1 ਘਟਾਵਾਂਗੇ ਤਾਂ 0.73 ਰਹਿ ਜਾਊਗਾ। ਹੁਣ ਇਹਨੂੰ 10 ਨਾਲ ਗੁਣਾ ਕਰਨਾ ਤਾਂ ਇਹ ਆ ਜਾਊਗਾ 7.3 ਮੀਟਰ। ਤੇ ਜਿਹੜੀ ਆ P ਬਿੰਦੂ ਤੋਂ ਦੂਰੀ ਸੀਗੀ 10 ਅੰਡਰ ਰੂਟ 3, ਤਾਂ ਇਹਨੂੰ ਤੁਸੀਂ ਲਿਖ ਸਕਦੇ ਹੋ 10 ਗੁਣਾ 1.73 ਮਤਲਬ 17.3 ਮੀਟਰ। ਠੀਕ ਹੈ ਬੇਟਾ, ਸਮਝ ਆ ਗਿਆ? ਤੁਸੀਂ ਇੱਥੇ ਵੀ ਛੱਡ ਸਕਦੇ ਹੋ, ਅੰਡਰ ਰੂਟ 3 ਦੀ ਵੈਲਿਊ ਪੁੱਟ ਕਰਨ ਤੋਂ ਬਾਅਦ ਵੀ ਸੋਲਵ ਕਰਕੇ ਪੂਰਾ ਦਾ ਪੂਰਾ ਆਨਸਰ ਕੱਢ ਸਕਦੇ ਹੋ। ਤਾਂ ਇਹੋ ਜਿਹੇ ਕੁਐਸਚਨਸ ਦੇ ਵਿੱਚ ਬੇਟਾ ਜਦੋਂ ਦੋ ਆਪਣੇ ਕੋਲ ਰਾਈਟ ਟ੍ਰਾਇੰਗਲਸ ਬਣਦੀਆਂ ਨੇ, ਦੋਨੋਂ ਰਾਈਟ ਟ੍ਰਾਇੰਗਲਸ ਦੇ ਵਿੱਚ ਤਿਕੋਣਮਿਤੀ ਅਨੁਪਾਤ ਲਗਾ ਕੇ ਉਹਨਾਂ ਨੂੰ ਸੋਲਵ ਕਰਨਾ ਹੁੰਦਾ। ਠੀਕ ਹੈ ਬੇਟਾ, ਸਮਝ ਆ ਗਿਆ? ਤਾਂ ਇਹ ਸੀ ਬੇਟਾ ਇਸ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ। ਜਿਹੜੇ ਬਾਕੀ ਦੇ ਕੁਐਸਚਨਸ ਰਹਿ ਗਏ ਉਹ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਪਾਰਟ 2 ਦੇ ਵਿੱਚ ਕਰਾਂਗੇ। ਬਾਏ ਬੇਟਾ।